ਮੈਂ ਕਰਦਾ ਸਾਰਾ ਹੀ ਨਾਲ ਹੀ ਜਿਹੜਾ ਹੈਗਾ ਕਿਸਾਨ ਵੀਰਾਂ ਨੂੰ ਪਹਿਲਾਂ ਤਾਂ ਅੱਜ ਵਿਸਾਖੀ ਦੇ ਜਿਹੜੇ ਸ਼ੁਭ ਦਿਹਾੜਾ ਉਹਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਸਾਰਿਆਂ ਨੂੰ। ਤੇ ਜਿਹੜਾ ਵਿਸਾਖੀ ਦਾ ਖਾਸ ਸਾਜਨਾ ਦਿਵਸ ਆ, ਇਹ ਇੱਕ ਬਹੁਤ ਹੀ ਕ੍ਰਾਂਤੀਕਾਰੀ ਸਿਧਾਂਤ ਸਾਡੇ ਸਾਹਮਣੇ ਪੇਸ਼ ਕੀਤਾ ਗੁਰੂ ਸਾਹਿਬ ਨੇ। ਜਿਸ ਤਰ੍ਹਾਂ ਆਪੇ ਗੁਰ ਚੇਲਾ ਦਾ ਸਿਧਾਂਤ, ਜੇਕਰ ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਫਿਰ ਉਹਨਾਂ ਤੋਂ ਛਕਿਆ ਆਪੇ ਗੁਰ ਚੇਲਾ। ਜੇ ਆਪਾਂ ਇਹਦਾ ਸਿਧਾਂਤ ਦੀ ਗੱਲ ਕਰਦੇ ਹਾਂ, ਇੱਕ ਬਹੁਤ ਹੀ ਕ੍ਰਾਂਤੀਕਾਰੀ ਸਿਧਾਂਤ ਆ, ਜਿਹਦੇ ਵਿੱਚੋਂ ਸਾਇੰਸ ਉਪਜਦੀ ਹੈ, ਜਿਹਦੇ ਵਿੱਚ ਸਾਇੰਸ ਨਿਕਲੀ। ਸਾਇੰਸ ਦਾ ਜਨਮਦਾਤਾ ਹੈ ਜਿਹੜਾ ਸਿਧਾਂਤ। ਸਾਇੰਸ ਦਾ ਜਨਮਦਾਤਾ ਕਿਸ ਤਰ੍ਹਾਂ? ਜਿਸ ਤਰ੍ਹਾਂ ਕਿ ਆਪੇ ਗੁਰ ਚੇਲਾ ਦਾ ਆਪਾਂ ਜਿਸ ਵੇਲੇ ਕਰਦੇ ਹੈਗੇ ਨਾ, ਇਹਦੀ ਵਿਆਖਿਆ ਕਰਦੇ ਆ ਜਾਂ ਤਰਜਮਾ ਕਰਦੇ ਆ ਇੰਗਲਿਸ਼ ਦੇ ਵਿੱਚ, ਤਾਂ ਇਹ ਹੈ ਸੈਲਫ ਟੀਚਰ। ਹੁਣ ਸੈਲਫ ਟੀਚਰ ਕੌਣ ਹੁੰਦਾ? ਇੱਕ ਸਾਇੰਟਿਸਟ। ਜਿਹੜਾ ਸਾਇੰਟਿਸਟ ਆ ਆਪਣਾ ਆਪੇ ਗੁਰੂ ਆ ਤੇ ਆਪਣਾ ਆਪੇ ਚੇਲਾ। ਯਾਨੀ ਕਿ ਕਹਿਣ ਦਾ ਮੇਰਾ ਮਤਲਬ ਕੀ ਆ, ਹਰ ਇੱਕ ਜਿਹੜਾ ਕਿਸਾਨ ਆ ਉਹ ਯਾਨੀ ਕਿ ਆਪਣਾ ਆਪੇ ਗੁਰੂ ਤੇ ਆਪਣਾ ਚੇਲਾ ਯਾਨੀ ਕਿ ਬਣ ਸਕਦਾ। ਤੇ ਇਸ ਸਿਧਾਂਤ ਨੂੰ ਆਪਣੇ ਤੇ ਲਾਗੂ ਕਰਨ ਦੀ ਲੋੜ ਆ ਕਿ ਜਿਹੜਾ ਹਰ ਇੱਕ ਜਿਹੜਾ ਕਿਸਾਨ ਆ ਉਹ ਇੱਕ ਸਾਇੰਟਿਸਟ ਬਣ ਸਕਦਾ। ਤੇ ਹੁਣ ਮੈਂ ਆ ਰਿਹਾ ਕਿ ਜਿਹੜਾ ਝੋਨਾ ਆ ਉਹਦਾ ਆਪਾਂ ਕੁਦਰਤੀਕਰਨ ਕਿੱਦਾਂ ਕਰਨਾ। ਇਹ ਬਹੁਤ ਹੀ ਵੱਡਾ ਯਾਨੀ ਕਿ ਇੱਕ ਮਸਲਾ ਆ ਸਾਡੇ ਲਈ। ਜਦੋਂ ਆਪਾਂ ਇਹਨੂੰ ਹੱਲ ਕਰਨ ਵਿੱਚ ਕਾਮਯਾਬ ਹੋ ਗਏ, ਤਾਂ ਇਹ ਜਿਹੜਾ ਸਾਡਾ ਖਿੱਤਾ ਹੈ ਨਾਰਥ ਰੀਜਨ ਇੰਡੀਆ ਦਾ, ਇਹਦੇ ਵਿੱਚ ਪੰਜਾਬ, ਹਰਿਆਣਾ, ਯੂਪੀ ਵਗੈਰਾ ਸਾਰੇ ਆ ਜਾਂਦਾ ਏਰੀਆ। ਤਾਂ ਇਹਦੇ ਵਿੱਚ ਕੀ ਆ ਵੀ ਜਿਸ ਵੇਲੇ ਆਪਾਂ ਝੋਨੇ ਦੀ ਖੇਤੀ ਦਾ ਕੁਦਰਤੀਕਰਨ ਦੇ ਬਾਰੇ ਚੰਗੀ ਤਰ੍ਹਾਂ ਗਿਆਨ ਹਾਸਲ ਕਰ ਲਿਆ ਤੇ ਉਹਨੂੰ ਆਪਾਂ ਲਾਗੂ ਕਰਨ ਵਿੱਚ ਕਾਮਯਾਬ ਹੋ ਗਏ, ਤਾਂ ਬਹੁਤ ਸਾਰੀਆਂ ਮੁਸ਼ਕਲਾਂ ਸਾਡੀਆਂ ਉਹ ਹੱਲ ਹੋ ਜਾਣੀਆਂ। ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਡਾਕਟਰ ਸਾਹਿਬ ਉਹਨਾਂ ਨੇ, ਕਿ ਜਿਹੜੀਆਂ ਜੰਜੀਰਾਂ ਨੇ ਸਾਨੂੰ ਜਕੜਿਆ ਹੋਇਆ ਕਿਸਾਨ ਨੂੰ, ਉਹ ਜਾਣੀ ਕਿ ਸਾਰੀਆਂ ਜਿਹੜੀਆਂ ਬੜੀਆਂ ਹੀ ਕਹਿ ਲਈਏ ਵੀ ਬਹੁਤ ਕਮਜ਼ੋਰ ਪੈ ਜਾਣਗੀਆਂ। ਕਮਜ਼ੋਰ ਕੀ ਬਣ ਕੇ ਜਾਣੀ ਕਿ ਬਿਲਕੁਲ ਖਤਮ ਹੋ ਜਾਣਗੀਆਂ। ਤੇ ਹੁਣ ਆਪਾਂ ਪਹਿਲਾਂ ਇਹ ਧਿਆਨ ਕਰੀਏ ਕਿ ਕਿਸੇ ਵੀ ਖਿੱਤੇ ਦੀ ਜਿਹੜੀ ਬਨਸਪਤੀ ਆ ਤੇ ਜੀਵ ਜੰਤੂ, ਉਹਦਾ ਜਿਹੜਾ ਹੱਕ ਆ ਕਿੱਦਾਂ ਦੇ ਹੋਣਗੇ, ਉਹ ਕੁਦਰਤ ਨੂੰ ਹੱਕ ਆ। ਤੇ ਜਿਸ ਵੇਲੇ ਆਪਾਂ ਬਨਸਪਤੀ ਦੀ ਗੱਲ ਕਰਦੇ ਆ, ਜਿਹੜੀ ਸਾਡੇ ਖਿੱਤੇ ਦੀ ਬਨਸਪਤੀ ਆ ਤੇ ਜਿਹੜਾ ਝੋਨਾ, ਇਹ ਬਿਲਕੁਲ ਯਾਨੀ ਕਿ ਉਲਟ ਆ। ਜਿਹੜਾ ਝੋਨਾ ਸਾਡੇ ਖਿੱਤੇ ਦੀ ਬਨਸਪਤੀ ਨਹੀਂ, ਜਿਹੜੀ ਸਾਡੇ ਖਿੱਤੇ ਦੀ ਬਨਸਪਤੀ ਆ ਉਹਦਾ ਜਿਹੜਾ ਜੜ ਖੇਤਰ ਹੈ, ਉਹਦੀਆਂ ਹੈਬਿਟਸ, ਤੇ ਜਿਹੜਾ ਝੋਨਾ ਉਹਦੀਆਂ ਆਦਤਾਂ, ਉਹ ਬਿਲਕੁਲ ਯਾਨੀ ਕਿ ਇੱਕ ਦੂਜੇ ਤੋਂ ਉਲਟ ਆ। ਇਹਨਾਂ ਆਦਤਾਂ ਨੂੰ ਸਮਝ ਕੇ ਜਿਸ ਵੇਲੇ ਆਪਾਂ ਆਪਣੇ ਕਾਸ਼ਤਕਾਰੀ ਵਿੱਚ ਇਹਨੂੰ ਅਪਲਾਈ ਕਰਾਂਗੇ, ਇਹਨੂੰ ਲਾਗੂ ਕਰਾਂਗੇ ਆਪਣੇ ਖੇਤੀ ਦੇ ਵਿੱਚ, ਤਾਂ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ ਜੋ ਸਾਨੂੰ ਇਸ ਖਿੱਤੇ ਨੂੰ ਇਸ ਵੇਲੇ ਦਰਪੇਸ਼ ਨੇ, ਉਹ ਹੱਲ ਹੋ ਸਕਦੀਆਂ। ਜਿਸ ਤਰ੍ਹਾਂ ਆਪਾਂ ਜੇਕਰ ਗੱਲ ਕਰਦੇ ਹਾਂ ਜਿਹੜੀ ਸਾਡੇ ਖਿੱਤੇ ਦੀਆਂ ਫਸਲਾਂ, ਉਹਨਾਂ ਦੀ ਆਦਤਾਂ ਦੀ ਆਪਾਂ ਗੱਲ ਕਰਦੇ ਹਾਂ, ਮੁੱਢਲੀਆਂ ਜ਼ਰੂਰਤਾਂ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਦਾ ਜਿਹੜਾ ਜੜ ਖੇਤਰ ਆ ਉਹ ਮੰਗ ਕਰਦਾ ਹਵਾ ਯੁਕਤ ਵਾਤਾਵਰਨ ਦੀ। ਜਦ ਜਿਹੜਾ ਝੋਨਾ ਆ ਉਹ ਇਤੋਂ ਉਲਟ ਆ। ਝੋਨਾ ਜਿਹੜਾ ਆ ਉਹ ਮੰਗ ਕਰਦਾ ਹੈਗਾ ਉਹਦਾ ਜੜ ਖੇਤਰ ਹਵਾ ਮੁਕਤ ਵਾਤਾਵਰਨ ਦੀ। ਜੇਕਰ ਹੁਣ ਆਪਾਂ ਝੋਨੇ ਦੀ ਬਿਜਾਈ ਕਰਨੀ ਆ, ਕਿਉਂਕਿ ਝੋਨਾ ਸਾਡੇ ਖਿੱਤੇ ਦੀ ਬਨਸਪਤੀ ਨਹੀਂ, ਪਾਦੇ ਆਪਾਂ ਇੱਥੇ ਕਰਨੀ ਆ, ਤਾਂ ਸਾਨੂੰ ਇੱਕ ਤਾਂ ਬਨਸਪਤੀ ਦੀ ਮੁੱਢਲੀ ਜ਼ਰੂਰਤ ਤੇ ਦੂਜਾ ਝੋਨੇ ਦੇ ਪੌਦੇ ਦੀ ਮੁੱਢਲੀ ਜ਼ਰੂਰਤ, ਉਹਦੇ ਵੱਲ ਆਪਾਂ ਨੂੰ ਧਿਆਨ ਕੇਂਦਰਿਤ ਕਰਨਾ ਪੈਣਾ। ਉਹ ਆਪਾਂ ਪੂਰੀ ਕਰਾਂਗੇ ਤਾਂ ਫਿਰ ਇਹ ਜਿਹੜਾ ਸਾਡਾ ਝੋਨੇ ਦੀ ਜਿਹੜੀ ਕਾਸ਼ਤਕਾਰੀ ਆ ਉਹ ਸਫਲ ਹੋ ਪਾਊਗੀ। ਤੇ ਹੁਣ ਆਪਾਂ ਜਿਸ ਵੇਲੇ ਗੱਲ ਕਰਦੇ ਹਾਂ ਜਿਹੜੀ ਹੈਗੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ, ਜਿਹੜੀ ਬਨਸਪਤੀ ਆ ਉਹਦੀ ਜ਼ਰੂਰਤ ਕੀ ਆ, ਉਹ ਹੈਗੀ ਆ ਨਮੀ, ਪਾਣੀ ਦੀ ਨਮੀ। ਜਿਹੜੀ ਬਨਸਪਤੀ ਆ ਉਹਨੂੰ ਪਾਣੀ ਦੀ ਜ਼ਰੂਰਤ ਨਹੀਂ, ਕਾਹਦੀ ਜ਼ਰੂਰਤ ਆ? ਨਮੀ ਦੀ, ਸਲਾਬੇ ਦੀ, ਮੌਇਸਚਰ ਦੀ। ਉਹ ਕਿਸ ਤਰ੍ਹਾਂ ਪੂਰੀ ਹੁੰਦੀ ਆ? ਰੋਜ਼ ਤੇੜ ਪੈਂਦੀ ਆ। ਜੇਕਰ ਉਹਦੇ ਨਾਲ ਗੱਲ ਨਹੀਂ ਬਣਦੀ ਤਾਂ ਮੀਂਹ ਪੈਂਦਾ, ਜੇ ਮੀਂਹ ਨਾਲ ਗੱਲ ਨਹੀਂ ਬਣਦੀ ਤਾਂ ਆਪਾਂ ਪਾਣੀ ਲਾਉਣਾ ਕਿੱਦਾਂ ਲਾਉਣਾ ਆਪਾਂ ਨੂੰ ਪਤਾ ਹੋਣਾ ਚਾਹੀਦਾ। ਦੂਜੇ ਨੰਬਰ ਤੇ ਜਿਸ ਵੇਲੇ ਆਪਾਂ ਝੋਨੇ ਦੇ ਪੌਦੇ ਦੀ ਗੱਲ ਕਰਦੇ ਹਾਂ, ਤਾਂ ਜਿਹੜਾ ਹੈਗਾ ਝੋਨਾ ਦਾ ਪੌਦਾ ਜਿਹੜਾ ਉਹ ਵੀ ਬਨਸਪਤੀ ਆ, ਇੱਕ ਜਗ੍ਹਾ ਖੜਾ। ਇਸ ਕਰਕੇ ਉਹਦੀ ਲੋੜ ਵੀ ਕੀ ਆ? ਨਮੀ। ਉਹਨੂੰ ਵੀ ਪਾਣੀ ਦੀ ਜ਼ਰੂਰਤ ਹੈ, ਉਹਨੂੰ ਵੀ ਲੋੜ ਕਰਦੀ ਆ ਸਿਰਫ ਸਲਾਬੇ ਦੀ ਜਾਂ ਮੌਇਸਚਰ ਦੀ। ਤਾਂ ਇਹ ਤਾਂ ਕਿ ਬਨਸਪਤੀ ਦੀ ਜ਼ਰੂਰਤ ਹੋ ਗਈ। ਹੁਣ ਜਿਹੜੀ ਸਾਡੇ ਖਿੱਤੇ ਦੀ ਬਨਸਪਤੀ ਆ, ਉਹਦੀ ਜਿਹੜੀ ਮੁੱਢਲੀ ਜ਼ਰੂਰਤ ਆ ਉਹ ਹੈਗਾ ਹਵਾ ਯੁਕਤ ਵਾਤਾਵਰਨ, ਜੜ ਖੇਤਰ ਦਾ। ਜਿਹੜਾ ਝੋਨਾ ਆ ਉਹ ਤੋਂ ਉਲਟ ਆ। ਉਹਦਾ ਜਿਹੜਾ ਹੈਗਾ ਮੁੱਢਲੀ ਜ਼ਰੂਰਤ ਆ ਝੋਨੇ ਦੇ ਪੌਦੇ ਦੀ, ਉਹ ਹੈਗੀ ਆ ਹਵਾ ਮੁਕਤ ਵਾਤਾਵਰਨ। ਹੁਣ ਜਿਹੜਾ ਜੇਕਰ ਆਪਾਂ ਜਦ ਤੱਕ ਹਵਾ ਮੁਕਤ ਨਹੀਂ ਕਰਾਂਗੇ ਆਪਣੇ ਖੇਤ ਨੂੰ, ਉਹਨੂੰ ਹਵਾ ਮੁਕਤੀ ਦਾ ਮਾਹੌਲ ਨਹੀਂ ਕ੍ਰੀਏਟ ਕਰਾਂਗੇ ਆਪਣੇ ਖੇਤ ਦੇ ਵਿੱਚ, ਉਹਨਾਂ ਚਿਰ ਝੋਨਾ ਵਧੀਆ ਢੰਗ ਨਾਲ ਪੈਦਾ ਨਹੀਂ ਹੋਊਗਾ। ਤੇ ਜੇਕਰ ਆਪਾਂ ਝੋਨੇ ਦਾ ਪੂਰੀ ਪ੍ਰੋਡਕਸ਼ਨ ਲੈਣੀ ਆ, ਉਹਦੀ ਕੁਆਲਿਟੀ ਵਧੀਆ ਬਣਾਉਣੀ ਆ,
ਉਹਦਾ ਜਿਹੜਾ ਹੈਗਾ ਕੁਆਂਟੀਟੀ ਵੀ ਜ਼ਿਆਦਾ ਲੈਣੀ ਆ, ਤਾਂ ਸਾਨੂੰ ਕੀ ਕਰਨਾ ਪਊਗਾ ਕਿ ਇੱਕ ਬਨਾਸਪਤੀ ਤੇ ਦੂਜਾ ਝੋਨੇ ਦਾ ਪੌਦਾ, ਉਹਦੀ ਜਿਹੜੀ ਮੁੱਢਲੀ ਜ਼ਰੂਰਤ ਆ ਉਹ ਪੂਰੀ ਕਰਨੀ ਪਊਗੀ। ਜੇਕਰ ਆਪਾਂ ਇਸ ਗੱਲ ਵੱਲ ਧਿਆਨ ਨਹੀਂ ਦੇਵਾਂਗੇ, ਝੋਨੇ ਨੂੰ ਕਣਕ ਵਾਂਗਰ ਬੀਜ ਦੇਵਾਂਗੇ, ਫਿਰ ਝੋਨਾ ਜਿਹੜਾ ਵਧੀਆ ਢੰਗ ਨਾਲ ਨਹੀਂ ਹੋਊਗਾ, ਉਹਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਣਗੀਆਂ। ਜਿਸ ਤਰ੍ਹਾਂ ਆਪਾਂ ਦੇਖਿਆ ਵੀ ਜਿਹੜਾ DSR ਡਾਇਰੈਕਟ ਸੀਡਡ ਰਾਈਸ, ਉਹਦੇ ਵਿੱਚ ਕੀ ਹੋਇਆ ਕਿ ਜਿਹੜਾ ਝੋਨਾ ਆ ਉਹਨੂੰ ਕਣਕ ਵਾਂਗਰ ਬੀਜਾ ਦਿੱਤਾ ਗਿਆ। ਇਸ ਕਰਕੇ ਕੀ ਹੋਇਆ ਕਿ ਕਈਆਂ ਸਾਲਾਂ ਤੋਂ ਲੱਗੇ ਹੋਣ ਦੇ ਬਾਵਜੂਦ ਇਸ ਹਜੇ ਤੱਕ ਵੀ ਸਾਨੂੰ ਉਹਦੇ ਵਿੱਚ ਕਾਮਯਾਬੀ ਨਹੀਂ ਮਿਲੀ। ਡਾਇਰੈਕਟ ਸੀਡਿੰਗ ਜਿਹੜਾ ਝੋਨੇ ਦੇ ਵਿੱਚ DSR ਦੇ ਵਿੱਚ, ਉਹਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਹੌਲੀ ਹੌਲੀ ਜਾਣੀ ਕਿ ਉਹਦੇ ਵਿੱਚ ਇੰਪਰੂਵਮੈਂਟ ਜਿਹੜੀ ਆ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਇੰਪਰੂਵਮੈਂਟ ਜਿਹੜੀ ਹੈਗੀ ਆ ਉਨਾ ਚਿਰ ਨਹੀਂ ਹੋਊਗੀ ਜਦ ਕਿ ਝੋਨੇ ਦੇ ਪੌਦੇ ਦੀ ਮੁੱਢਲੀ ਜ਼ਰੂਰਤ ਨਹੀਂ ਪੂਰੀ। ਤੇ ਹੁਣ ਅਗਰ ਝੋਨੇ ਦੇ ਪੌਦੇ ਦੀ ਮੁੱਢਲੀ ਆਪਾਂ ਜ਼ਰੂਰਤ ਪੂਰੀ ਕਰਨੀ ਆ, ਜਿਸ ਤਰ੍ਹਾਂ ਡਾਕਟਰ ਸਾਹਿਬ ਉਹਨਾਂ ਨੇ ਗੱਲ ਕੀਤੀ ਕਿ ਆਪਾਂ ਜਿਹੜਾ ਖੇਤ ਆ ਉਹਨੂੰ ਵਾਹਣ ਦੀ ਵੀ ਲੋੜ ਨਹੀਂ। ਜੇਕਰ ਆਪਣਾ ਜਿਹੜਾ ਕਣਕ ਵਾਲਾ ਖੇਤ ਆ ਪਹਿਲਾਂ ਲੇਜ਼ਰ ਲੈਵਲ ਹੈਗਾ, ਸਾਨੂੰ ਕੁਝ ਸ਼ੋਰ ਆ ਕਿ ਲੇਜ਼ਰ ਲੈਵਲ ਆ, ਉਹਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਆ ਉਹ ਸਾਰੇ ਵਿੱਚ ਯਾਨੀ ਕਿ ਬਰਾਬਰ ਹੋਊਗਾ, ਤਾਂ ਆਪਾਂ ਨੂੰ ਖੇਤ ਨੂੰ ਵਾਹਣ ਦੀ ਜ਼ਰੂਰਤ ਨਹੀਂ। ਆਪਾਂ ਕਰਨਾ ਕੀ ਆ, ਆਪਾਂ ਕਣਕ ਵੱਢ ਲਈ। ਅੱਛਾ, ਆਵਾਜ਼ ਬਹੁਤ ਘੱਟ ਹੈ ਹਜੇ ਵੀ। ਅੱਛਾ, ਆਪਾਂ ਕਣਕ ਵੱਢ ਲੈਣੀ ਆ। ਕਣਕ ਵੱਢਣ ਤੋਂ ਬਾਅਦ ਆਪਾਂ ਤੂੜੀ ਤਿਆਰ ਕਰ ਲੈਣੀ ਆ। ਤੂੜੀ ਜਿਹੜੀ ਹੈਗੀ ਆ ਨਾਲੀ ਨੂੰ ਚੰਗੀ ਤਰ੍ਹਾਂ ਮੈਨੇਜ ਕਰ ਲੈਣਾ। ਉਸ ਤੋਂ ਬਾਅਦ ਆਹ ਸਾਰੀਆਂ ਜਿਹੜੀਆਂ ਮਸਲਾ ਜਿਹੜੀ ਚੂਹੇ ਦੀ ਸਮੱਸਿਆ ਜਾਂ ਦੂਜੀਆਂ ਸਾਰੀਆਂ ਜਿਹੜੇ ਮਸਲੇ ਆ ਹੱਲ ਹੋਣਗੇ। ਆਪਾਂ ਇਹਨਾਂ ਦੇ ਵਾਰੀ ਆਣ ਕੇ ਆਵਾਂਗੇ ਸਾਰਿਆਂ ਦੇ। ਤੇ ਪਹਿਲਾਂ ਆਪਾਂ ਨੂੰ ਜਿਹੜੀ ਸਾਰੀ ਨਾ ਝੋਨੇ ਦੇ ਪੌਦੇ ਦੀ ਆਦਤਾਂ ਕੀ ਨੇ, ਉਹਦੀ ਮੁੱਢਲੀ ਜ਼ਰੂਰਤ ਕੀ ਆ, ਉਹਦੀ ਆਪਾਂ ਪੂਰਤੀ ਕਿੱਦਾਂ ਕਰਨੀ ਆ। ਜਦੋਂ ਤੱਕ ਆਪਾਂ ਨੂੰ ਇਹ ਗੱਲ ਆਪਾਂ ਧਿਆਨ ਨਹੀਂ ਇਹਦੇ ਵਿੱਚ ਕੇਂਦਰਿਤ ਕਰਦੇ, ਪੂਰਾ ਇਹਨੂੰ ਸਮਝਦੇ ਨਹੀਂ, ਉਹਨਾਂ ਚਿਰ ਜਿਹੜਾ ਝੋਨੇ ਦੀ ਜਿਹੜੀ ਸਿੱਧੀ ਬਿਜਾਈ ਆ ਉਹ ਜਾਣੀ ਕਿ ਕਾਮਯਾਬ ਨਹੀਂ ਹੋ ਸਕਦੀ। ਇਸ ਕਰਕੇ ਆਪਾਂ ਪਹਿਲਾਂ ਇਸ ਗੱਲ ਦੇ ਉੱਤੇ ਧਿਆਨ ਦੇਈਏ, ਕੇਂਦਰਿਤ ਕਰੀਏ ਕਿ ਜਿਹੜੀ ਹੈਗੀ ਆ ਝੋਨੇ ਦੀ ਮੁੱਢਲੀ ਜ਼ਰੂਰਤ ਔਰ ਬਨਾਸਪਤੀ ਦੀ ਜਿਹੜੀ ਮੁੱਢਲੀ ਜ਼ਰੂਰਤ ਆ ਉਹ ਪੂਰੀ ਕਿੱਦਾਂ ਕਰਨੀ ਆ। ਜਿਸ ਵੇਲੇ ਆਪਾਂ ਨੂੰ ਪੂਰੀ ਕਰਨੀ ਆ ਗਈ, ਜਿਹੜੀਆਂ ਦੂਜੀਆਂ ਪ੍ਰੋਬਲਮਸ ਹੈਗੀਆਂ ਕਿੱਦਾਂ ਚੂਹੇ ਦੀ ਮੁਸ਼ਕਲ ਹੈਗੀ ਪ੍ਰੋਬਲਮ ਜਾਂ ਹੋਰ ਕੋਈ ਹੈਗੀਆਂ, ਉਹ ਜਾਣੀ ਕਿ ਆਪਾਂ ਬਾਅਦ ਚ ਉਹਨੂੰ ਡਿਸਕਸ ਕਰਾਂਗੇ। ਤੇ ਇਸ ਕਰਕੇ ਮੇਰੀ ਬੇਨਤੀ ਆ ਕਿ ਤੁਸੀਂ ਪਹਿਲਾਂ ਧਿਆਨ ਕੇਂਦਰਿਤ ਕਰੋ ਤੇ ਜਿਹੜੇ ਝੋਨੇ ਦੇ ਪੌਦੇ ਦੀ ਮੁੱਢਲੀ ਜ਼ਰੂਰਤ ਤੇ ਜਿਹੜੀ ਬਨਾਸਪਤੀ ਆ ਉਹਦੀ ਜਿਹੜੀ ਮੁੱਢਲੀ ਯੂਟੀਲਿਟੀ ਕਸਟੇਜ ਤੇ ਰਿਕੁਆਇਰਮੈਂਟ ਕੀ ਆ, ਉਹਨੂੰ ਆਪਾਂ ਜ਼ਰੂਰ ਜਾਣੀ ਕਿ ਪੂਰਾ ਜਾਣੀ ਕਿ ਧਿਆਨ ਦੇ ਨਾਲ ਸਟੱਡੀ ਕਰ ਲਈਏ, ਉਹਨੂੰ ਉਹ ਧਿਆਨ ਕੇਂਦਰਿਤ ਕਰੀਏ, ਤਾਂ ਫਿਰ ਇਹ ਸਾਰਾ ਕੁਝ ਜਾਣੀ ਕਿ ਗਿਆਨ ਲੈਣ ਤੋਂ ਬਾਅਦ ਆਪਾਂ ਉਹਨੂੰ ਅਪਲਾਈ ਕਰੀਏ ਆਪਣੇ ਖੇਤ ਦੇ ਵਿੱਚ। ਇਹ ਜਾਣੀ ਕਿ ਜਿਹੜੀ ਪੂਰੀ ਸਕਸੈਸ ਹੋਊਗੀ। ਫਿਰ ਜਿਹੜਾ ਝੋਨਾ ਸਿੱਧਾ ਉਹਦਾ ਜਿਹੜਾ ਝਾੜ ਆ ਉਹ ਟਰਾਂਸਪਲਾਂਟਰ ਨਾਲੋਂ ਜ਼ਿਆਦਾ ਹੋਊਗਾ। ਜ਼ਿਆਦਾ ਕਿਉਂ ਹੋਊਗਾ? ਕਿਉਂਕਿ ਜਿਹੜੀ ਸਿੱਧੀ ਬਿਜਾਈ ਆ ਨਾ, ਜਾਣੀ ਕਿ ਸਿੱਧ ਡਾਇਰੈਕਟ ਸੀਡ ਆ, ਜਿਹੜਾ ਆਪਾਂ ਬੀਜ ਤੋਂ ਬੀਜਣਾ, ਉਹਦੀ ਕੁਆਲਿਟੀ ਤੇ ਕੁਆਂਟੀਟੀ ਹਮੇਸ਼ਾ ਜ਼ਿਆਦਾ ਹੁੰਦੀ ਆ। ਕਿਉਂ ਜ਼ਿਆਦਾ ਹੁੰਦੀ ਆ? ਕਿਉਂਕਿ ਉਹਨੂੰ ਟਰਾਂਸਪਲਾਂਟੇਸ਼ਨ ਸ਼ੌਕ ਨਹੀਂ ਲੱਗਦਾ। ਦੂਜੇ ਨੰਬਰ ਤੇ ਆਪਾਂ ਦੇਖਦੇ ਆ ਤੇ ਜਿਹੜਾ ਹੈਗਾ ਕੁਦਰਤ ਵਿੱਚ ਡਿਸਪਰਸਰ ਆਫ ਸੀਡਲਿੰਗ ਨਹੀਂ ਹੈਗੀ ਕਿਤੇ ਵੀ, ਯਾਨੀ ਕਿ ਪੌਦੇ ਨੂੰ ਪੱਟ ਕੇ ਕੁਦਰਤ ਅੱਗੇ ਪਿੱਛੇ ਨਹੀਂ ਕਰਦੀ ਹੈਗੀ, ਸਿਰਫ ਮਨੁੱਖ ਕਰਦਾ। ਕੁਦਰਤ ਵਿੱਚ ਕੀ ਹੁੰਦਾ ਹੈਗਾ ਵੀ ਜਿਹੜਾ ਬੀਜ ਆ ਉਹ ਅੱਗੇ ਪਿੱਛੇ ਜਾਂਦਾ। ਉਹਦੇ ਬਹੁਤ ਸਾਰੇ ਮੈਥਡ ਨੇ, ਹਵਾ ਰਾਹੀਂ, ਪਾਣੀ ਰਾਹੀਂ, ਪੰਛੀਆਂ ਰਾਹੀਂ, ਇੱਦਾਂ ਜਾਣੀ ਕਿ ਮਨੁੱਖਾਂ ਰਾਹੀਂ ਬਹੁਤ ਸਾਰੇ ਢੰਗ ਤਰੀਕੇ ਆ ਕੁਦਰਤ ਦੇ, ਜਿਹਦੇ ਰਾਹੀਂ ਜਾਣੀ ਕਿ ਇੱਕ ਬੀਜ ਅੱਗੇ ਪਿੱਛੇ ਜਾਂਦਾ। ਬੀਜ ਤੋਂ ਉੱਗਦਾ ਪੌਦਾ ਉੱਥੇ ਡਿਵੈਲਪ ਹੁੰਦਾ ਤੇ ਉੱਥੇ ਉਹਦਾ ਜੀਵਨ ਕਾਲ ਪੂਰਾ ਹੁੰਦਾ। ਇਸ ਕਰਕੇ ਜਾਣੀ ਕਿ ਜਿਹੜੀ ਟਰਾਂਸਪਲਾਂਟੇਸ਼ਨ ਆ, ਜਿਹੜੀ ਪਨੀਰੀ ਪੱਟ ਕੇ ਲਾਉਣਾ, ਉਹ ਗੈਰ ਕੁਦਰਤੀ ਵਰਤਾਰਾ ਆ। ਚਾਹੇ ਉਹ ਕਿਸੇ ਵੀ ਆਪਾਂ ਢੰਗ ਨਾਲ ਲਾਉਂਦੇ ਆ, ਚਾਹੇ ਕੱਦੂ ਕਰਕੇ ਲਾਉਂਦੇ ਆ, ਚਾਹੇ ਉਹ ਵੱਟਾਂ ਦੇ ਲਾਉਂਦੇ ਆ, ABCD ਕੋਈ ਵੀ ਮੈਥਡ ਹੈਗਾ, ਜਾਣੀ ਕਿ ਜਿਹੜਾ ਪਨੀਰੀ ਪੱਟ ਕੇ ਲਾਉਣਾ ਉਹ ਗੈਰ ਕੁਦਰਤੀ ਵਰਤਾਰਾ। ਆਪਾਂ ਗੱਲ ਕਰਨੀ ਆ ਝੋਨੇ ਦੇ ਖੇਤੀ ਦੇ ਕੁਦਰਤੀਕਰਨ ਦੀ, ਕਿ ਕੁਦਰਤੀਕਰਨ ਕਿੱਦਾਂ ਹੋਵੇ। ਹੁਣ ਜੇ ਕੁਦਰਤੀਕਰਨ ਕਰਨਾ ਤਾਂ ਇਹਦੇ ਵਿੱਚ ਕੀ ਕਰਨਾ, ਆਪਾਂ ਨੂੰ ਬੀਜ ਤੋਂ ਬੀਜਣਾ ਪਊਗਾ। ਉਹਦਾ DSR ਉਹ ਵੀ ਡਾਇਰੈਕਟ ਸੀਡਡ ਰਾਈਸ, ਜਾਣੀ ਕਿ ਬੀਜ ਤੋਂ ਸਿੱਧਾ ਬੀਜਿਆ ਜਾਂਦਾ। ਇਸ ਦੇ ਨਾਲ ਜਿਹੜਾ ਹੈਗਾ ASR, ਇਹ ਵੀ ਸਿੱਧੀ ਬਿਜਾਈ ਆ। ਇਹ ਸਾਨੂੰ ਜਾਣੀ ਕਿ DSR ਨਾਲੋਂ ਇਹਨੂੰ ਨਿਖੇੜਨਾ ਕਿਉਂ ਪਿਆ, ਕੀ ਲੋੜ ਪੈ ਗਈ? ਤਾਂ ਇਹ ਲੋੜ ਇਸ ਕਰਕੇ ਬਈ ਤਾਂ ਕਿ ਜਿਹੜੇ ਕਿਸਾਨ ਵੀਰ ਆ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ। ਜਿਹੜਾ ਹੈਗਾ DSR ਆ ਉਹਦੇ ਵਿੱਚ ਝੋਨੇ ਦੇ ਪੌਦੇ ਦੀ ਮੁੱਢਲੀ ਜ਼ਰੂਰਤ ਦਾ ਬਹੁਤ ਪੂਰਾ ਖਿਆਲ ਨਹੀਂ ਰੱਖਿਆ ਗਿਆ। ਇਸ ਕਰਕੇ ਜਾਣੀ ਕਿ ਉਹਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ। ਉਹਦੇ ਵਿੱਚ ਕੀ ਹੋਇਆ, ਉਹਦੇ ਵਿੱਚ ਨਦੀਨਾਂ ਦੀ ਪ੍ਰੋਬਲਮ ਆਈ, ਉਹਦੇ ਵਿੱਚ ਜਿਸ ਤਰ੍ਹਾਂ ਚੂਹੇ ਦੀ ਵੀ ਜ਼ਿਆਦਾ ਪ੍ਰੋਬਲਮ ਆਉਂਦੀ ਆ। ਤਾਂ ਫਿਰ ਇਹਦੇ ਵਿੱਚ ਕੀ ਹੁੰਦਾ ਹੈਗਾ, ਜਿਹੜਾ ਹੈਗਾ ਕਈ ਤਰ੍ਹਾਂ ਦੀਆਂ ਘਾਟਾਂ, ਜਿੱਦਾਂ ਲੋਹੇ ਦੀ ਘਾਟ ਆ ਗਈ, ਜ਼ਿੰਕ ਦੀ ਘਾਟ ਆ ਗਈ, ਜਿਹੜੇ ਮਾਈਕਰੋ ਜਾਂ ਮੈਕਰੋ ਨਿਊਟ੍ਰੀਐਂਟਸ ਉਹਨਾਂ ਦੀ ਘਾਟ ਆਉਂਦੀ ਆ।
ਉਹ ਘਾਟ ਜਿਹੜੀ ਆਉਂਦੀ ਆ ਉਹ ਨਾ ਆਵੇ। ਇਸ ਕਰਕੇ ਆਪਾਂ ਨੂੰ ਜਿਹੜਾ ਝੋਨੇ ਦੇ ਪੌਦੇ ਦੀ ਜਿਹੜੀ ਮੁੱਢਲੀ ਜ਼ਰੂਰਤ ਆ ਉਹ ਪੂਰੀ ਕਰਨੀ ਪਊਗੀ। ਉਹ ਜਿਹੜੀ ਹੈਗੀ ਝੋਨੇ ਦੇ ਪੌਦੇ ਦੀ ਮੁੱਢਲੀ ਜ਼ਰੂਰਤ ਕੀ ਆ? ਉਹ ਹੈਗੀ ਆ ਹਵਾ ਮੁਕਤ ਵਾਤਾਵਰਨ ਜੜ ਖੇਤਰ ਦਾ। ਹਵਾ ਮੁਕਤ ਕਰਨ ਨਾਲ ਜਿਹੜੇ ਹੈਗੇ ਦੋ ਤਰੀਕੇ ਆ। ਕਿਹੜੇ ਕਿਹੜੇ? ਇੱਕ ਤਾਂ ਆਪਾਂ ਪਾਣੀ ਭਰ ਦਈਏ ਖੇਤ ਦੇ ਵਿੱਚ, ਜਿੱਥੇ ਪਾਣੀ ਭਰ ਦੇਵਾਂਗੇ ਹਵਾ ਜਿਹੜੀ ਆ ਉਹ ਬਾਹਰ ਆ ਜਾਊਗੀ। ਤੇ ਦੂਜਾ ਤਰੀਕਾ ਕੀ ਆ ਕਿ ਆਪਾਂ ਆਪਣੀ ਜ਼ਮੀਨ ਨੂੰ ਇੰਨਾ ਵੀ ਜ਼ਿਆਦਾ ਪ੍ਰੈਸ ਕਰ ਦਈਏ, ਘੋੜ ਦੇ ਦਈਏ ਕਿ ਹਵਾ ਜਿਹੜੀ ਆ ਉਹ ਬਾਹਰ ਨਿਕਲ ਜਾਵੇ। ਹੁਣ ਕਰਨਾ ਕੀ ਆ? ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਉਸੇ ਢੰਗ ਨਾਲ ਆਪਾਂ ਯਾਨੀ ਕਿ ਜਿਹੜਾ ਖੇਤ ਆ ਉਹਨੂੰ ਵਾਹਣ ਦੀ ਕੋਈ ਜ਼ਰੂਰਤ ਨਹੀਂ। ਜਦੋਂ ਆਪਾਂ ਝੋਨਾ ਬੀਜਣਾ ਵਾ ਕੋਈ ਖੇਤ ਵਾਹੀ ਕਰਨ ਦੀ ਜ਼ਰੂਰਤ ਨਹੀਂ ਹੈਗੀ। ਜੇਕਰ ਖੇਤ ਲੇਜ਼ਰ ਲੈਵਲ ਨਹੀਂ ਹੈਗਾ ਤਾਂ ਉਹਨੂੰ ਲੇਜ਼ਰ ਲੈਵਲ ਜ਼ਰੂਰ ਕਰ ਲਓ। ਲੇਜ਼ਰ ਲੈਵਲ ਕਰਨ ਤੋਂ ਬਾਅਦ ਖੇਤ ਨੂੰ ਵਾਹਣਾ ਬਿਲਕੁਲ ਨਹੀਂ ਹੈਗਾ। ਆਪਾਂ ਹੀ ਕਰਨਾ ਜਿਸ ਤਰ੍ਹਾਂ ਜਿਹੜੇ ਹੈਗੇ 10 ਮਈ ਤੋਂ ਆਪਾਂ ਜਿਹੜਾ ਪਾਣੀ ਉਹਦਾ ਲਾ ਦਈਏ ਲੇਜ਼ਰ ਲੈਵਲ ਕਰਨ ਤੋਂ ਬਾਅਦ। ਉਸ ਤੋਂ ਬਾਅਦ ਕੀ ਕਰਨਾ ਹੈਗਾ? ਆਪਾਂ 7-8 ਦਿਨ ਨੂੰ ਇੱਦਾਂ ਹੀ ਛੱਡ ਦੇਣਾ। ਛੱਡਣ ਤੋਂ ਇਹ ਇਦਾਂ ਕਿਉਂ ਕਰਨਾ? ਇਦਾਂ ਇਸ ਕਰਕੇ ਕਰਨਾ ਕਿ ਜਿਹੜਾ ਪਹਿਲਾ ਝੋਨਾ ਪਿਆ ਹੁੰਦਾ, ਜੰਗਲੀ ਝੋਨਾ ਵੀ ਆਪਾਂ ਕਹਿ ਸਕਦੇ ਆ, ਜਾਂ ਜਿਹੜਾ ਪਹਿਲੇ ਬੀਜ ਪਏ ਆ, ਉਹ ਤਾਂ ਜੋ ਸਾਰੇ ਜਰਮੀਨੇਟ ਕਰ ਦੇਣ। ਜਿਸ ਵੇਲੇ ਜਰਮੀਨੇਟ ਹੋ ਜਾਂਦੇ ਉਹ 7-8 ਦਿਨਾਂ ਵਿੱਚ ਜਰਮੀਨੇਟ ਹੋ ਜਾਣਗੇ। ਉਸ ਤੋਂ ਬਾਅਦ ਆਪਾਂ ਰੌਣੀ ਕਰੀਏ। ਰੌਣੀ ਕਰਨ ਤੋਂ ਬਾਅਦ ਸੌਰੀ ਮੈਂ ਥੋੜਾ ਮਿਸ ਕਰ ਗਿਆ। ਜਿਸ ਤਰ੍ਹਾਂ ਲੇਜ਼ਰ ਲੈਵਲ ਕਰਦੇ ਆ, ਲੇਜ਼ਰ ਲੈਵਲ ਕਰਨ ਤੋਂ ਬਾਅਦ ਆਪਾਂ ਰੌਣੀ ਕਰ ਲਈ। ਜਿਸ ਦਿਨ ਬਾਤ ਆਉਂਦੀ ਆ ਉਸ ਦਿਨ ਆਪਾਂ ਟਰੈਕਟਰ ਮਗਰ ਭਾਰਾ ਸੁਹਾਗਾ ਪਾ ਕੇ ਦੋਨੇ ਪਾਸੇ ਕੁਆਂਟਲ ਦੇ ਕਰੀਬ ਭਾਰ ਰੱਖਣਾ ਤੇ ਘੱਟੋ ਘੱਟ ਫਿਰ ਬਹੁਤ 6 ਵਾਰ ਸੁਹਾਗਾ ਮਾਰਨਾ। ਫਿਰ ਕੀ ਕਰਨਾ ਹੈਗਾ? ਆਪਾਂ ਝੋਨਾ ਡਰਿਲ ਨਹੀਂ ਕਰਨਾ ਹੈਗਾ, ਉਹਨੂੰ ਐਜ਼ ਸੱਚ ਯਾਨੀ ਕਿ ਹਫ਼ਤਾ ਤੱਕ ਪਿਆ ਰਹਿਣ ਦੇਣਾ। ਮੰਨ ਲਓ ਵੀ ਆਪਾਂ 10 ਮਈ ਨੂੰ ਪਾਣੀ ਲਾਇਆ ਤੇ 17 ਤੱਕ ਇੱਦਾਂ ਹੀ ਪਿਆ ਰਹੂਗਾ। ਉਸ ਤੋਂ ਬਾਅਦ 17 ਮਈ ਨੂੰ ਜਾ ਕੇ ਆਪਾਂ ਪਾਣੀ ਲਾਵਾਂਗੇ। ਜਿਹੜੀ ਦੂਜੀ ਵਾਰੀ ਰੌਣੀ ਕਰਨੀ ਆ ਉਹ ਜਿਸ ਵੇਲੇ ਬਾਤ ਆਉਂਦੀ ਆ ਫਿਰ ਆਪਾਂ ਕੋਈ ਸੁਹਾਗਾ ਫਿਰ ਨਹੀਂ ਮਾਰਨਾ ਹੈਗਾ ਭਾਰ ਰੱਖ ਕੇ। ਉਸ ਤੋਂ ਬਾਅਦ ਕੀ ਕਰਨਾ ਹੈਗਾ? ਆਪਾਂ ਡਰਿਲ ਮਸ਼ੀਨ ਲੈਣੀ ਆ, 8 ਕਿਲੋ ਬੀਜ ਪਾ ਕੇ ਆਪਾਂ ਡਰਿਲ ਕਰ ਦੇਣਾ ਝੋਨਾ ਬੀਜਣ ਵਾਲੀ ਕਣਕ ਡਰਿਲ ਮਸ਼ੀਨ ਦੇ ਨਾਲ। ਤੇ ਉਸ ਤੋਂ ਬਾਅਦ ਕੀ ਕਰਨਾ ਹੈਗਾ ਵੀ ਆਪਾਂ ਜਿਹੜਾ ਹੈਗਾ ਟਰੈਕਟਰ ਦਾ ਮਗਰ ਫਿਰ ਉਹੀ ਸੁਹਾਗਾ ਪਾਉਣਾ। ਉਸ ਤੋਂ ਭਾਰ ਲਾ ਕੇ 2 ਵਾਰ ਸੁਹਾਗਾ ਵੀ ਮਾਰਨਾ। ਫਿਰ ਕੀ ਕਰਨਾ? ਉਸ ਤੋਂ ਬਾਅਦ 5 ਦਿਨਾਂ ਬਾਅਦ ਆਪਾਂ ਉਹਦੇ ਵਿੱਚ ਨੌਨ ਸਿਲੈਕਟਿਵ ਵੀਡੀਸਾਈਡ ਜਿਸ ਤਰ੍ਹਾਂ ਗ੍ਰਾਮੋਕਸੋਨ ਉਹਦੀ ਆਪਾਂ ਸਪਰੇਅ ਕਰ ਦੇਣੀ ਆ, ਤਾਂ ਕਿ ਜਿਹੜੇ ਹੈਗੇ ਆ ਜਿੰਨੇ ਵੀ ਨਦੀਨ ਉੱਗੇ ਆ ਜਾਂ ਜਿਹੜਾ ਪਹਿਲਾ ਝੋਨਾ ਉੱਗਿਆ ਉਹ ਸਾਰੇ ਅਸਰਾਂ ਉਹ ਖਤਮ ਹੋ ਜਾਵੇ। ਫਿਰ ਜਿਹੜਾ ਹੈਗਾ ਉਹ ਤੋਂ ਜਿੱਦਾਂ ਆਪਾਂ ਝੋਨਾ ਬੀਜ ਲਿਆ, ਜਿਸ ਵੇਲੇ ਡਰਿਲ ਕਰਦਾ, ਡਰਿਲ ਕਰਨ ਤੋਂ ਬਾਅਦ ਆਪਾਂ ਘੱਟੋ ਘੱਟ 21 ਦਿਨਾਂ ਬਾਅਦ ਉਹਨੂੰ ਪਾਣੀ ਲਾਉਣਾ। ਇੱਕ ਸਪਰੇਅ ਪਹਿਲਾਂ ਮਾਰਨੀ ਹੈ। ਉਹ ਸਪਰੇਅ ਕਿਉਂ ਮਾਰਨੀ ਹੈ? ਤੇ ਝੋਨਾ ਜਿਹੜਾ ਆਪਾਂ ਬੀਜਿਆ ਉਹਦੇ ਉੱਗਣ ਤੋਂ ਪਹਿਲਾਂ ਜਿਹੜਾ ਦੂਸਰੇ ਨਦੀਨ ਉੱਗੇ ਜਾਂ ਝੋਨਾ ਐਸ ਨਦੀਨ ਉੱਗਿਆ ਉਹਨੂੰ ਆਪਾਂ ਕੰਟਰੋਲ ਕਰਨਾ। ਉਹ ਕੰਟਰੋਲ ਕਿਸ ਤਰ੍ਹਾਂ ਹੋਊਗਾ? ਜੇਕਰ ਆਪਾਂ ਨੌਨ ਸਿਲੈਕਟਿਵ ਜਿਹੜਾ ਹੈਗਾ ਵੀਡੀਸਾਈਡ ਜਿਸ ਤਰ੍ਹਾਂ ਗ੍ਰਾਮੋਕਸੋਨ ਦੀ ਆਪਾਂ ਗੱਲ ਕਰਦੇ ਹਾਂ, ਉਹ ਜਿਹੜਾ ਹੈਗਾ ਉਹਨੂੰ ਕੰਟਰੋਲ ਕਰ ਲਊਗਾ ਸਾਰੇ। ਜਿਹੜਾ ਹੋਰ ਵੀ ਨਦੀਨ ਮਾੜਾ ਮੋਟਾ ਉੱਗਿਆ ਹੋਊਗਾ ਉਹ ਵੀ ਕੰਟਰੋਲ ਹੋਊਗਾ। ਹੁਣ ਇਹਦੇ ਵਿੱਚ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ, ਇਹਦੇ ਵਿੱਚ ਨਦੀਨ ਨਹੀਂ ਉੱਗਣੇ ਹੈਗੇ। ਨਦੀਨ ਕਿਉਂ ਨਹੀਂ ਉੱਗਣੇ? ਕਿਉਂਕਿ ਆਪਾਂ ਜਿਹੜਾ ਆਪਣਾ ਖੇਤ ਆ ਉਹਨੂੰ ਹਵਾ ਮੁਕਤ ਕੀਤਾ। ਜਿਹੜਾ ਚੰਗੀ ਮੇਰਾ ਘੋੜ ਦੀ ਜਿਹੜੀ 6 ਵਾਰ ਸੁਹਾਗਾ ਮਾਰਿਆ ਉਹਦਾ ਮਕਸਦ ਕੀ ਹੈ? ਵੀ ਹਵਾ ਆਪਾਂ ਬਾਹਰ ਕੱਢਤੀ। ਜਿਸ ਵੇਲੇ ਆਪਾਂ ਹਵਾ ਬਾਹਰ ਕੱਢੀ ਆ ਤਾਂ ਉਹਦੇ ਵਿੱਚ ਕੀ ਹੋਣਾ? ਜਿਹੜਾ ਝੋਨੇ ਦੀ ਜਿਹੜੀ ਮੁੱਢਲੀ ਜ਼ਰੂਰਤ ਹੈ ਉਹ ਜੀ ਆ ਹਵਾ ਮੁਕਤ ਵਾਤਾਵਰਨ ਜਲ ਖੇਤਰ ਦਾ ਐਨਰੋਬਿਕ ਕੰਡੀਸ਼ਨ ਉਹ ਹੈਗੀ ਆ। ਤੇ ਜਿਹੜਾ ਝੋਨਾ ਜਿਹੜੇ ਸਾਡੇ ਨਦੀਨ ਆ, ਨਦੀਨ ਕਿਉਂਕਿ ਇਹ ਸਾਡੇ ਖਿੱਤੇ ਦੀ ਬਨਸਪਤੀ ਆ, ਇਸ ਕਰਕੇ ਉਹ ਨਹੀਂ ਉੱਗਣੇ ਹੈਗੇ। ਕਿਉਂ ਨਹੀਂ ਉੱਗਣੇ? ਕਿਉਂਕਿ ਉਹਨਾਂ ਦੀ ਜਿਹੜੀ ਮੁੱਢਲੀ ਜ਼ਰੂਰਤ ਆ ਉਹ ਹੈਗੀ ਹੈ ਹਵਾ ਯੁਕਤ ਵਾਤਾਵਰਨ। ਇਸ ਕਰਕੇ ਉਹ ਨਹੀਂ ਉੱਗਣੇ। ਕਦੋਂ ਉੱਗਣੇ ਆ? ਜਿਸ ਵੇਲੇ ਮੀਂਹ ਪੈਣਾ ਜਾਂ ਆਪਾਂ ਪਾਣੀ ਲਾਉਣਾ। ਜੇਕਰ ਮੀਂਹ 21 ਦਿਨ ਤੋਂ ਪਹਿਲਾਂ ਪੈ ਜਾਂਦਾ ਫਿਰ ਤੁਸੀਂ ਕੀ ਕਰਨਾ ਹੈਗਾ? ਤੇ ਯਾਨੀ ਕਿ ਜੇ ਤਾਂ ਮੀਂਹ ਜ਼ਿਆਦਾ ਪੈ ਗਿਆ ਫਿਰ ਤਾਂ ਤੁਸੀਂ ਕੀ ਕਰਿਓ ਵੀ ਪਾਣੀ ਖੇਤ ਵਿੱਚ ਖੜਾ ਆ ਉਹਦੇ ਵਿੱਚ ਬੋਤਲ ਵਿੱਚ ਪਾ ਕੇ ਨਾ ਬੂਟਾ ਕਲੋਰ ਜਾਂ ਵਡੀਲਾ ਕਲੋਰ ਜੋ ਜਿਹੜੇ ਵੀ ਵੀਡੀਸਾਈਡ ਤੁਸੀਂ ਯੂਜ਼ ਕਰਦੇ ਹੋ ਬੋਤਲ ਵਿੱਚ ਪਾ ਕੇ, ਜਿਸ ਤਰ੍ਹਾਂ ਕੱਦੂ ਕੀਤੇ ਝੋਨੇ 'ਚ ਆਪਾਂ ਨਾ ਬੋਤਲ 'ਚ ਪਾ ਕੇ ਛਿੱਟਾ ਦਿੰਦੇ ਆ, ਉਸੇ ਢੰਗ ਨਾਲ ਤੁਸੀਂ ਉਹਦੇ ਵਿੱਚ ਛਿੱਟਾ ਦੇਣਾ ਖੇਤ ਦੇ ਵਿੱਚ। ਤੇ ਜੇਕਰ ਮੀਂਹ ਨਹੀਂ ਪੈਂਦਾ ਹੈ 21 ਦਿਨ ਤਾਂ 20ਵੇਂ ਦਿਨ ਤੁਸੀਂ ਹੈਗਾ ਜਿਹੜਾ ਪੋਸਟ ਇਮਰਜੈਂਟ ਵੀਡੀਸਾਈਡ ਜਿਹੜਾ ਕੋਈ ਵੀ ਯਾਨੀ ਕਿ ਨਾ ਨਦੀਨ ਉੱਗਿਆ ਉਹਨੂੰ ਆਪਾਂ ਸਪਰੇਅ ਕਰ ਦੇਣਾ। 21ਵੇਂ ਦਿਨ ਪਾਣੀ ਲਾ ਕੇ ਖੜੇ ਪਾਣੀ ਦੇ ਵਿੱਚ, ਜਿਸ ਤਰ੍ਹਾਂ ਕੱਦੂ ਕੀਤੇ ਝੋਨੇ ਦੇ ਵਿੱਚ ਤੁਸੀਂ ਜਿਹੜਾ ਵੀਡੀਸਾਈਡ ਯੂਜ਼ ਕਰਦੇ ਹੋ ਬੋਤਲ ਵਿੱਚ ਪਾ ਕੇ, ਉਸੇ ਢੰਗ ਨਾਲ ਉਹਦੇ ਵਿੱਚ ਛਿੱਟਾ ਮਾਰ ਦੇਣਾ। ਯਾਨੀ ਕਿ ਜਿਹੜੇ ਬੀੜ ਆ ਉਹ ਵਧੀਆ ਢੰਗ ਨਾਲ ਕੰਟਰੋਲ ਹੋ ਜਾਣ। ਤੇ ਦੂਜਾ ਮੈਥਡ ਇੱਕ ਯਾਨੀ ਕਿ ਬੀਟ ਕੰਟਰੋਲ ਦਾ ਯਾਨੀ ਕਿ ਕਹਾਂ ਦੀ ਰਿਸਰਚ ਯਾਨੀ ਕਿ ਚੱਲ ਰਹੀ ਆ। ਤੇ ਉਹ ਵੀ ਮੈਥਡ ਇੱਕ ਏਦਾਂ ਵੀ ਕਰ ਸਕਦੇ ਆਪਾਂ
ਜਿਸ ਵੇਲੇ ਆਪਾਂ ਪਹਿਲਾਂ ਰੌਣੀ ਕਰ ਲਈ, ਉਸ ਤੋਂ ਬਾਅਦ ਦੂਜੀ ਜਿਸ ਵੇਲੇ ਰੌਣੀ ਕਰਨੀ ਆ, ਉਸ ਖੜੇ ਪਾਣੀ ਦੇ ਵਿੱਚ ਆਪਾਂ ਨਾ ਇੱਕ ਬੂਟਾ ਕਲੋ 1 ਲੀਟਰ ਤੇ ਨਾਲ ਹੀ ਉਹਦੇ ਆਕਸੀਕਲੋਰੋਕੁਈਨ ਉਹ 100 ml, ਉਹ ਤੁਸੀਂ ਨਾ ਬੋਤਲ ਪਾ ਕੇ ਉਹਦਾ ਛਿੱਟਾ ਮਾਰ ਦਿਓ। ਜੋ ਡਿਲ ਉਹ ਤੋਂ ਬਾਅਦ ਹੋਣੀ ਆ, ਉਹਦੇ ਵਿੱਚ ਵੀ ਕੋਈ ਨਦੀਨ ਨਹੀਂ ਪੈਣਾ ਹੈਗਾ। ਤਾਂ ਇਹ ਵੀ ਇੱਕ ਬਹੁਤ ਜਾਣੀ ਕਿ ਵਧੀਆ ਜਿਹੜਾ ਹੈਗਾ ਬੀਡੀ ਸਪੀਡ ਕੰਟਰੋਲ ਕਰਨ ਵਾਸਤੇ ਵੀਡੀਸਾਈਡ ਕੰਬੀਨੇਸ਼ਨ ਹੈ, ਬਹੁਤ ਜ਼ਿਆਦਾ ਵਧੀਆ ਹੈਗਾ, ਵੀ ਸਸਤਾ ਹੈ ਕਾਫੀ। ਯਾਨੀ ਕਿ ਇਸ ਢੰਗ ਨਾਲ ਜੇਕਰ ਆਪਾਂ ਕਰਾਂਗੇ ਤਾਂ ਜਿਹੜੀ ਸਾਡੀ ਹੈਗੀ ਝੋਨੇ ਦੀ ਕਾਸ਼ਤਕਾਰੀ ਉਹਦਾ ਕੁਦਰਤੀਕਰਨ ਹੋ ਜਾਏਗਾ। ਕੁਦਰਤੀਕਰਨ ਜਿਹੜਾ ਕਰਨਾ ਉਹ ਸਮੇਂ ਦੀ ਲੋੜ ਆ। ਜਿਹੜਾ ਹੈਗਾ ਜਿਹੜਾ ਕੱਦੂ ਕਰਕੇ ਝੋਨਾ ਲਾਉਣਾ, ਉਹ ਗੈਰ ਕੁਦਰਤੀ ਵਰਤਾਰਾ, ਉਹਦੇ ਬਹੁਤ ਸਾਰੇ ਨੁਕਸਾਨ ਨੇ। ਤੇ ਜੇਕਰ ਜਿਹੜੇ ਝੋਨੇ ਦੁਆਰਾ ਇਸ ਖਿੱਤੇ ਨੂੰ ਜਿੰਨੇ ਵੀ ਯਾਨੀ ਕਿ ਵੱਡੀਆਂ ਮੁਸ਼ਕਲਾਂ ਵਿੱਚ ਪਾ ਦਿੱਤਾ ਗਿਆ, ਜੇਕਰ ਆਪਾਂ ਉਹ ਤੋਂ ਬਾਹਰ ਨਿਕਲਣਾ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਆਪਾਂ ਪਹਿਲੀ ਗੱਲ ਤਾਂ ਝੋਨੇ ਤੋਂ ਆਪਾਂ ਨਿਜਾਤ ਪਾਈਏ। ਜੇਕਰ ਇਹ ਨਹੀਂ ਕਰ ਸਕਦੇ ਤਾਂ ਝੋਨੇ ਦੀ ਖੇਤੀ ਦਾ ਕੁਦਰਤੀਕਰਨ ਇਹ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਜਿਹੜਾ ਕੁਦਰਤੀਕਰਨ ਕਰਨਾ ਉਹ ਯਾਨੀ ਕਿ ਸਮਝ ਕੇ ਕਰਨਾ ਪਊਗਾ। ਉਹ ਯਾਨੀ ਕਿ ਸੋਚੋ ਤਾਂ ਤੁੱਕਾ ਲਾਉਣ ਵਾਲੀ ਗੱਲ ਨਹੀਂ ਚਾਹੀਦੀ। ਇਹਦੇ ਵਿੱਚ ਕੋਈ ਨਾ ਕੋਈ ਸਾਇੰਟਿਫਿਕ ਬੇਸ ਚਾਹੀਦਾ। ਇਹਦੇ ਵਿੱਚ ਯਾਨੀ ਕਿ ਝੋਨੇ ਦੇ ਪੌਦੇ ਦੀ ਮੁੱਢਲੀ ਜ਼ਰੂਰਤ ਕੀ ਆ, ਉਹਦੀਆਂ ਹੈਬਿਟਸ ਕੀ ਨੇ, ਉਹ ਸਾਰਾ ਕੁਛ ਯਾਨੀ ਕਿ ਨਾ ਉਹਦਾ ਗਿਆਨ ਲੈ ਕੇ ਤਾਂ ਫਿਰ ਆਪਾਂ ਜਿਸ ਵੇਲੇ ਕਰਾਂਗੇ ਤਾਂ ਉਹ ਦਿਨ ਫਿਰ ਦੂਰ ਨਹੀਂ ਜਿਸ ਦਿਨ ਪੰਜਾਬ ਵਿੱਚੋਂ ਕੱਦੂ ਬਿਲਕੁਲ ਖਤਮ ਹੋ ਜਾਊਗਾ। ਤੇ ਜਿਹੜੀ ਸਾਡਾ ਪੰਜਾਬ ਆ ਉਹਦਾ ਜਿਹੜਾ ਵਾਤਾਵਰਨ ਆ ਉਹ ਵੀ ਵਧੀਆ ਬਣੂਗਾ। ਤੇ ਇਸ ਤਰ੍ਹਾਂ ਜਿਹੜਾ ਹੈਗਾ ਪੈਡੀ ਥਰੂ ਟਰਾਂਸਪਲਾਂਟੇਸ਼ਨ, ਯਾਨੀ ਜਿਹੜਾ ਕੱਦੂ ਕਰ ਜਿਹੜਾ ਝੋਨਾ ਲੱਗਦਾ ਉਹਦੇ ਨਾਲ ਜਿਹੜਾ ਹੈਗਾ ਗਲੋਬਲ ਵਾਰਮਿੰਗ ਯਾਨੀ ਕਿ ਜਿਹੜੀ ਹੈਗੀ ਮੀਥੇਨ ਗੈਸ ਮਿਸ਼ਨ ਆ, ਉਹ ਵੀ ਲਗਭਗ ਸਾਰੇ ਜਿਹੜੇ ਹੈਗੇ ਆ ਉਹ ਇਹ ਸਾਰੇ ਜਿਹੜੇ ਮਸਲੇ ਆ ਉਹ ਹੱਲ ਹੋ ਜਾਣਗੇ। ਜਿਸ ਤਰ੍ਹਾਂ ਹੁਣ ਵਿੱਚ ਕੁਐਸਚਨ ਆ ਰਹੇ ਆ ਕਿ ਬੀਜ ਸੁੱਕਾ ਪਾਣਾ ਜਾਂ ਭੇਜ ਕੇ ਸੁੱਕਾ ਬੀਜ ਪਾਓ, ਜਾਣੀ ਕਿ ਸਾਰੀ ਜਾਣੀ ਕਿ ਕੋਈ ਮੁਸ਼ਕਲ ਨਹੀਂ ਆਊਗੀ। ਹੁਣ ਮੈਂ ਕੋਸ਼ਿਸ਼ ਕਰੂੰ, ਹੁਣ ਮੈਂ ਸਾਰੇ ਕਿਸਾਨ ਵੀਰਾਂ ਨੂੰ ਸੱਦਾ ਦਿੰਦਾ, ਜੇਕਰ ਕੋਈ ਤੁਹਾਡਾ ਸੁਝਾਅ ਜਾਂ ਕੋਈ ਤੁਹਾਡੀ ਕੋਈ ਕੁਐਸਚਨ ਆ, ਪ੍ਰਸ਼ਨ ਆ, ਉਹ ਤੁਸੀਂ ਕੋਈ ਸ਼ੰਕਾ ਆ ਉਹ ਤੁਸੀਂ ਜਾਣੀ ਕਿ ਇਸ ਰਿਪੋਰਟ ਉਹ ਸਾਰੀ ਜਾਣੀ ਕਿ ਸ਼ੇਅਰ ਕਰ ਸਕਦੇ ਆ ਇੱਕ ਦੂਜੇ ਨਾਲ ਕੁਐਸਚਨ।